ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਕਹਾਣੀਕਾਰ ਸੁਖਬੀਰ ਦੁਆਰਾ ਰਚਿਤ ਅੰਦਰਲੀ ਜੋਤ ਕਹਾਣੀ ਦੀ ਸਾਹਿਤਕ ਪੜਚੋਲ ਕਰਨ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ 'ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ, ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਨਾਲ ਹੀ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸੁਖਬੀਰ ਪੰਜਾਬੀ ਕਹਾਣੀ ਦਾ ਇੱਕ ਅਜਿਹਾ ਜਾਣਿਆ ਪਛਾਣਿਆ ਹਸਤਾਖਰ ਹੈ, ਨਿਵੇਕਲਾ ਮੁਹਾਂਦਰਾ ਹੈ, ਜਿਸ ਨੇ ਆਪਣਾ ਬਹੁਤਾ ਜੀਵਨ ਜੋ ਹੈ ਬੰਬਈ ਜਿਹੇ ਮਹਾਨਗਰ ਦੇ ਵਿੱਚ ਗੁਜ਼ਾਰਿਆ, ਔਰ ਉਸਨੇ ਉਸ ਮਹਾਨਗਰ ਵਿੱਚ ਰਹਿੰਦਿਆਂ ਹੋਇਆਂ ਵਰ੍ਹਿਆਂ ਬੱਧੀ ਅਟੁੱਟ ਘਾਲਦਿਆਂ ਹੋਇਆਂ ਆਪਣੀ ਸਾਹਿਤਕ ਲਗਨ ਜਾਂ ਸਾਹਿਤਕ ਚਿੰਗਾਰੀ ਨੂੰ ਵੀ ਕਾਇਮ ਰੱਖਿਆ। ਸਾਹਿਤਕਾਰੀ ਉਸਦੇ ਜੀਵਨ ਦਾ ਇੱਕ ਉਦੇਸ਼ ਬਣ ਗਈ। ਉਸਨੇ ਵੀ ਸੰਤੋਖ ਸਿੰਘ ਧੀਰ ਵਾਂਗ ਸਾਹਿਤ ਸਿਰਜਣਾ ਨੂੰ ਹੀ ਆਪਣੀ ਉਪਜੀਵਿਕਾ ਦਾ ਸਾਧਨ ਬਣਾਇਆ। ਉਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਸਨੇ ਮਹਾਨਗਰ ਦੇ ਜੋ ਮਨੁੱਖ ਸਨ, ਉਹਨਾਂ ਦੇ ਜੀਵਨ ਯਥਾਰਥ ਨੂੰ ਬਖੂਬੀ ਬਿਆਨ ਕੀਤਾ, ਅਤੇ ਬਹੁਤੀਆਂ ਕਹਾਣੀਆਂ ਉਸ ਦੀਆਂ ਗਰੀਬ ਮਜ਼ਦੂਰਾਂ ਦੇ ਕਰੁਣਾਮਈ ਜ਼ਿੰਦਗੀ ਦੇ ਦ੍ਰਿਸ਼ ਨੂੰ ਅਤੇ ਔਰਤ ਦੀਆਂ ਆਕਾਂਖਿਆਵਾਂ ਦੇ ਆਲੇ ਦੁਆਲੇ ਘੁੰਮਦੀਆਂ ਸਨ। ਭਾਵ ਉਹ ਔਰਤ ਦੀਆਂ ਸੰਵੇਦਨਾਵਾਂ ਨੂੰ ਵੀ ਬੜੀ ਬਾਰੀਕ ਬੀਨੀ ਦੇ ਨਾਲ ਚਿੱਤਰਨ ਦੇ ਵਿੱਚ ਮਾਹਿਰ ਸੀ, ਕਹਿ ਸਕਦੇ ਹਾਂ। ਅਸਲ ਦੇ ਵਿੱਚ ਮਹਾਨਗਰ ਦੇ ਵਿੱਚ ਰਹਿੰਦਿਆਂ ਹੋਇਆਂ ਉੱਥੋਂ ਦੀ ਘੁਟਨ ਨੂੰ, ਉੱਥੋਂ ਦੀ ਅਸੰਤੁਸ਼ਟਤਾ ਜਿਹੜੀ ਉੱਥੋਂ ਦੇ ਬਸ਼ਿੰਦਿਆਂ ਦੇ ਮਨ ਦੇ ਵਿੱਚ ਭਰੀ ਹੋਈ ਹੈ, ਉਸਨੂੰ ਉਸਨੇ ਬੜਾ ਨੇੜਿਓਂ ਵੇਖਿਆ ਅਤੇ ਉਹ ਆਪਣੀਆਂ ਕਹਾਣੀਆਂ ਦੇ ਵਿੱਚ ਬਿਆਨ ਕੀਤਾ। ਸੋ ਇਸ ਪੱਖੋਂ ਅਸੀਂ ਉਸਨੂੰ ਮਨੋਵਿਗਿਆਨਿਕ ਕਹਾਣੀਕਾਰਾਂ ਦੀ ਸ਼੍ਰੇਣੀ ਦੇ ਵਿੱਚ ਵੀ ਰੱਖ ਸਕਦੇ ਹਾਂ। ਜਿੱਥੋਂ ਤੱਕ ਅੰਦਰਲੀ ਜੋਤ ਸੁਖਬੀਰ ਦੀ ਜੋ ਕਹਾਣੀ ਹੈ, ਇਹ ਕਹਾਣੀ ਸੁਖਬੀਰ ਦੇ ਲੋਰੀ ਕਹਾਣੀ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ, ਜੋ ਕਿ ਬੜਾ ਹੀ ਹਰਮਨ ਪਿਆਰਾ ਕਹਾਣੀ ਸੰਗ੍ਰਹਿ ਹੈ। ਅੰਦਰਲੀ ਜੋਤ ਕਹਾਣੀ ਦਾ ਜੋ ਵਿਸ਼ਾ ਹੈ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਹੈ, ਅੰਦਰਲੀ ਜੋਤ ਭਾਵ ਕਿਸੇ ਮਨੁੱਖ ਦੇ ਅੰਦਰਲੀ ਜੋਤ ਜਾਂ ਅੰਤਰ ਆਤਮਾ ਦਾ ਉਦੈ ਹੋ ਜਾਣਾ। ਅਸਲ ਦੇ ਵਿੱਚ ਇਸ ਕਹਾਣੀ ਦੀ ਨਾਇਕਾ ਜੋ ਰੰਜਨਾ ਹੈ ਅਤੇ ਨਾਇਕ ਸੁਰਿੰਦਰ, ਕਿ ਸੁਰਿੰਦਰ ਅਤੇ ਰੰਜਨਾ ਬਚਪਨ ਦੇ ਵਿੱਚ ਇਕੱਠੇ ਖੇਡਦੇ ਰਹੇ ਸਨ। ਦੋਹਾਂ ਦੀਆਂ ਮਾਵਾਂ ਆਪਸ ਦੇ ਵਿੱਚ ਸਹੇਲੀਆਂ ਵੀ ਸਨ, ਇਕੱਠੇ ਪੜ੍ਹਦੇ ਰਹੇ ਸਨ, ਔਰ ਜ਼ਿੰਦਗੀ ਦੇ ਕਾਫੀ ਵੱਡੇ ਪੜਾਅ ਤੱਕ ਉਹਨਾਂ ਨੇ ਇੱਕ ਦੂਜੇ ਦਾ ਸਾਥ ਮਾਣਿਆ ਸੀ। ਦੋਹਾਂ ਦੀਆਂ ਮਾਵਾਂ ਨੇ ਆਪਸ ਦੇ ਵਿੱਚ ਫੈਸਲਾ ਕੀਤਾ ਹੋਇਆ ਸੀ ਕਿ ਇਹਨਾਂ ਬੱਚਿਆਂ ਦੇ ਵੱਡੇ ਹੋਣ 'ਤੇ ਇਹਨਾਂ ਦਾ ਵਿਆਹ ਕਰ ਦਿੱਤਾ ਜਾਵੇਗਾ। ਸੋ ਜਵਾਨੀ ਦੇ ਵਿੱਚ ਕਦਮ ਰੱਖਦਿਆਂ ਹੀ ਰੰਜਨਾ ਦੀਆਂ ਅੱਖਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਜੋਤਹੀਨ ਹੋ ਜਾਂਦੀਆਂ ਹਨ, ਅਤੇ ਇਸ ਤੋਂ ਬਾਅਦ ਹੌਲੀ ਹੌਲੀ ਸੁਰਿੰਦਰ ਜੋ ਹੈ ਉਸ ਦੇ ਨਾਲੋਂ ਟੁੱਟਦਾ ਜਾਂਦਾ ਹੈ, ਦੂਰ ਹੁੰਦਾ ਜਾਂਦਾ ਹੈ, ਔਰ ਇਹ ਕੁਦਰਤੀ ਵੀ ਸੀ। ਦੂਜੇ ਪਾਸੇ ਰੰਜਨਾ ਜਿਹੜੀ ਹੈ, ਉਸ ਦੀ ਜ਼ਿੰਦਗੀ ਜਿਹੜੀ ਉਹ ਹਨੇਰੇ ਦੀ ਇੱਕ ਗੁਫਾ ਬਣ ਕੇ ਰਹਿ ਜਾਂਦੀ ਹੈ, ਪਰ ਹੌਲੀ ਹੌਲੀ ਉਸ ਦੇ ਅੰਦਰਲੀ ਜੋਤ ਜਗਣੀ ਸ਼ੁਰੂ ਹੁੰਦੀ ਹੈ। ਉਹ ਆਪਣੇ ਆਪ ਨੂੰ ਫਿਰ ਜੋ ਹੈ ਇਸ ਕੌੜੇ ਯਥਾਰਥ ਨੂੰ ਸਵੀਕਾਰ ਕਰਦਿਆਂ ਹੋਇਆਂ ਇਸ ਸਮਾਜ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਆਪਣੇ ਆਪੇ ਦੇ ਨਾਲ ਲੜਨ ਦੇ ਲਈ ਅੰਦਰੋਂ ਇੱਕ ਸੈਲਫ ਡਰਾਈਵ ਪਰਸਨ ਵਾਂਗ ਆਪਣੇ ਆਪ ਨੂੰ ਮੋਟੀਵੇਟ ਕਰਦੀ ਹੈ, ਆਪਣੇ ਆਪ ਨੂੰ ਪ੍ਰੇਰਿਤ ਕਰਦੀ ਹੈ, ਅਤੇ ਹੌਲੀ ਹੌਲੀ ਜ਼ਿੰਦਗੀ ਦੇ ਨਾਲ ਕਦਮ ਮਿਲਾਉਣਾ ਸ਼ੁਰੂ ਕਰਦੀ ਹੈ। ਹਰ ਕੰਮ ਨੂੰ ਬੜੇ ਸਲੀਕੇ ਦੇ ਨਾਲ ਸਿੱਖਦੀ ਹੈ, ਕਰਨਾ ਸ਼ੁਰੂ ਕਰਦੀ ਹੈ। ਉਸਨੇ ਘਰ ਦੇ ਵਿੱਚ ਕਦਮ ਉਸਦੇ ਇਸ ਤਰ੍ਹਾਂ ਨੱਪੇ ਤੁਲੇ ਹਨ ਕਿ ਉਹ ਹਰ ਕਮਰੇ ਦੇ ਵਿੱਚ ਬਿਨਾਂ ਕਿਸੇ ਸਹਾਰੇ ਦੇ ਆ ਜਾ ਸਕਦੀ ਹੈ। ਉਹਦੇ ਇੱਥੋਂ ਤੱਕ ਕਿ ਸਵੈਟਰ ਬੁਣ ਲੈਂਦੀ ਹੈ, ਅਤੇ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਇਸ ਕੁੜੀ ਦੀਆਂ ਅੱਖਾਂ ਜੋਤਹੀਨ ਹਨ। ਹਰ ਕੰਮ ਨੂੰ ਕਰਨ ਦੇ ਵਿੱਚ ਉਹ ਸਮਰੱਥ ਹੋ ਜਾਂਦੀ ਹੈ। ਕਿਸ ਕਰਕੇ? ਸਿਰਫ ਉਸਦੀ ਅੰਦਰਲੀ ਆਵਾਜ਼, ਅੰਦਰਲੀ ਜੋਤ, ਅੰਤਰ ਆਤਮਾ ਦੀ ਆਵਾਜ਼ ਨੂੰ ਸੁਣ ਕੇ ਉਸਨੇ ਉਸ 'ਤੇ ਅਮਲ ਕੀਤਾ ਹੈ ਅਤੇ ਆਪਣੇ ਆਪ ਨੂੰ ਇਹਨਾਂ ਦੁਸ਼ਵਾਰ ਪਰਿਸਥਿਤੀਆਂ ਦੇ ਨਾਲ ਲੜਨ ਦੇ ਕਾਬਿਲ ਬਣਾਇਆ। ਅਤੇ ਇੱਕ ਦਿਨ ਹੌਲੀ ਹੌਲੀ ਜੋ ਹੈ ਰੰਜਨਾ ਦੇ ਮਾਪਿਆਂ ਨੇ ਇੱਕ ਇਸ਼ਤਿਹਾਰ ਕੱਢਿਆ ਕਿ ਜੋ ਵੀ ਲੜਕਾ ਇਸ ਸਾਡੀ ਕੁੜੀ ਦੇ ਨਾਲ ਵਿਆਹ ਕਰਵਾਏਗਾ, 2 ਮੰਜ਼ਲੀ ਕੋਠੀ ਅਤੇ ਹੋਰ ਵੀ ਸਾਰੀ ਜ਼ਮੀਨ ਜਾਇਦਾਦ ਅਸੀਂ ਉਸਦੇ ਨਾਮ ਕਰਵਾ ਦੇਵਾਂਗੇ, ਕਿਉਂਕਿ ਉਹ ਇਕਲੌਤੀ ਧੀ ਸੀ ਆਪਣੇ ਮਾਪਿਆਂ ਦੀ। ਅਤੇ ਉਸ ਇਸ਼ਤਿਹਾਰ ਨੂੰ ਪੜ੍ਹਨ ਤੋਂ ਬਾਅਦ ਇੱਕ ਸ਼ਖਸ ਉਹਨਾਂ ਦੇ ਘਰ ਆਉਂਦਾ ਹੈ, ਜੋ ਰੰਜਨਾ ਨੂੰ ਬੜਾ ਹੀ ਬੀਬਾ ਲੱਗਦਾ ਹੈ ਗੱਲਬਾਤ ਕਰਨ ਦੇ ਵਿੱਚ। ਪਰ ਉਹ ਸ਼ਖਸ ਜੋ ਹੈ ਰੰਜਨਾ ਦੇ ਮਾਪਿਆਂ ਦੇ ਸਾਹਮਣੇ ਆਪਣੀ ਇਹ ਇੱਕ ਗੱਲ ਰੱਖਦਾ ਹੈ
ਆਪਣੇ ਮਨ ਦੀ ਗੱਲ ਉਹਨਾਂ ਨੂੰ ਦੱਸਦਾ ਹੈ ਕਿ ਮੈਂ ਇਸ ਕੁੜੀ ਦਾ ਹੱਥ ਜੋ ਹੈ ਫੜਨ ਦੇ ਲਈ ਤਿਆਰ ਹਾਂ, ਪਰ ਮੈਂ ਤੁਹਾਡੇ ਦੁਆਰਾ ਰੱਖੀ ਗਈ ਕਿਸੇ ਵੀ ਸ਼ਰਤ ਨੂੰ ਮੰਨਣ ਦੇ ਲਈ ਤਿਆਰ ਨਹੀਂ ਹਾਂ। ਭਾਵ ਜੋ ਵੀ ਕੋਠੀ ਜਾਂ ਜ਼ਮੀਨ ਜਾਇਦਾਦ ਦਾ ਤੁਸੀਂ ਲਾਲਚ ਦਿੱਤਾ ਹੈ, ਮੈਂ ਇਸ ਨੂੰ ਸਵੀਕਾਰ ਨਹੀਂ ਕਰਾਂਗਾ, ਕਿਉਂਕਿ ਅਜਿਹਾ ਕਰਨ ਦੇ ਨਾਲ ਲੋਕ ਇਹ ਸੋਚਣਗੇ ਕਿ ਸ਼ਾਇਦ ਉਸਨੇ ਲਾਲਚ ਵਸ ਜੋ ਹੈ ਰੰਜਨਾ ਦਾ ਹੱਥ ਸਵੀਕਾਰ ਕੀਤਾ ਹੈ। ਤਾਂ ਇਸ ਤਰ੍ਹਾਂ ਰੰਜਨਾ ਨੂੰ ਆਪਣੇ ਹੋਣ ਵਾਲੇ ਪਤੀ ਦੇ ਸੁਭਾਅ ਦੀਆਂ ਖੂਬੀਆਂ ਦਾ ਪਤਾ ਚੱਲਦਾ ਹੈ, ਤਾਂ ਉਹਨਾਂ ਦਾ ਵਿਆਹ ਹੋ ਜਾਂਦਾ ਹੈ। ਬਾਅਦ ਦੇ ਵਿੱਚ ਰੰਜਨਾ ਜੋ ਹੈ ਆਪਣੀ ਪਤੀ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਰਚ ਮਿਚ ਜਾਂਦੀ ਹੈ ਕਿ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੰਦੀ। 2 ਬੱਚੇ ਉਹਨਾਂ ਦੇ ਹੋ ਜਾਂਦੇ ਹਨ। ਦੋਵੇਂ ਬੱਚਿਆਂ ਦੀ ਪਰਵਰਿਸ਼ ਵੀ ਬੜੇ ਸੁਚੱਜੇ ਢੰਗ ਨਾਲ ਕਰਦੀ ਹੈ। ਆਪਣੀ ਪਤੀ ਦੀ ਪਸੰਦ ਮੁਤਾਬਕ ਜਾਂ ਉਸ ਦੀ ਪਤੀ ਦੀ ਪਸੰਦ ਦਾ ਖਾਣਾ ਬਹੁਤ ਵਧੀਆ ਬਣਾਉਂਦੀ ਹੈ, ਉਸ ਦੀ ਪਸੰਦ ਦੇ ਕੱਪੜੇ ਪਹਿਨਦੀ ਹੈ, ਇੱਥੋਂ ਤੱਕ ਕਿ ਉਸ ਦੇ ਨਾਲ ਥੀਏਟਰ ਦੇ ਵਿੱਚ ਫਿਲਮ ਵੇਖਣ ਲਈ ਵੀ ਜਾਂਦੀ ਹੈ, ਸਿਰਫ ਇਸ ਲਈ ਕਿ ਉਸ ਦੇ ਪਤੀ ਨੂੰ ਜੋ ਹੈ ਇਕੱਲੇਪਨ ਦਾ ਅਹਿਸਾਸ ਨਾ ਹੋਵੇ। ਉਹ ਪਤੀ ਦਾ ਹਰ ਕਦਮ 'ਤੇ ਸਾਥ ਦੇਣਾ ਲੋਚਦੀ ਹੈ। ਇਹ ਉਸ ਦੇ ਸੁਭਾਅ ਦੀਆਂ ਖੂਬੀਆਂ ਹਨ, ਜਿਸ ਸਦਕਾ ਉਹ ਪਤੀ ਦੇ ਦਿਲ ਦੇ ਵਿੱਚ ਆਪਣੀ ਜੋ ਹੈ ਨਿਵੇਕਲੀ ਥਾਂ ਬਣਾ ਲੈਂਦੀ ਹੈ। ਉਸ ਦਾ ਪਤੀ ਉਸ ਦਾ ਨਿਰੰਤਰ ਗੁਣਗਾਨ ਕਰਦਾ ਹੈ, ਹਮੇਸ਼ਾ ਉਸ ਦਾ ਸਹਾਇਕ ਬਣ ਕੇ, ਉਸ ਦਾ ਸਹਾਈ ਬਣ ਕੇ ਹਰ ਕਦਮ 'ਤੇ ਉਸ ਦੇ ਨਾਲ ਚੱਲਦਾ ਹੈ, ਉਸ ਦਾ ਸਾਥ ਦਿੰਦਾ ਹੈ, ਉਸ ਦੀ ਹਰ ਲੋੜ ਦਾ ਧਿਆਨ ਰੱਖਦਾ ਹੈ। ਅਤੇ ਦੂਜੇ ਪਾਸੇ ਜੋ ਸੁਰਿੰਦਰ ਹੈ ਉਸ ਦਾ ਵੀ ਵਿਆਹ ਹੋ ਜਾਂਦਾ ਹੈ। ਉਸ ਦੀ ਪਤਨੀ ਜਿਹੜੀ ਹੈ ਬੇਹੱਦ ਖੂਬਸੂਰਤ ਔਰਤ ਹੈ, ਪਰ ਜਿੰਨੀ ਉਹ ਖੂਬਸੂਰਤ ਹੈ ਉਸ ਦਾ ਸੁਭਾਅ ਉਸ ਤੋਂ ਓਨਾ ਹੀ ਵੱਖਰਾ ਹੈ। ਬੜੇ ਕੌੜੇ ਸੁਭਾਅ ਦੀ ਹੈ, ਬੜੀ ਲੜਾਕੀ ਹੈ, ਕੋਈ ਵੀ ਕੰਮ ਕਰਨ ਦੇ ਵਿੱਚ ਉਸ ਦੀ ਦਿਲਚਸਪੀ ਨਹੀਂ ਹੁੰਦੀ। ਅਤੇ ਸਭ ਤੋਂ ਵੱਡੀ ਗੱਲ ਕਿ ਉਹ ਸ਼ੱਕੀ ਮਿਜ਼ਾਜ ਦੀ ਔਰਤ ਹੈ, ਸੁਰਿੰਦਰ 'ਤੇ ਹਮੇਸ਼ਾ ਸ਼ੱਕ ਕਰਦੀ ਹੈ। ਆਪਣੀ ਪਤਨੀ ਦਾ ਸਤਾਇਆ ਹੋਇਆ ਸੁਰਿੰਦਰ ਜੋ ਹੈ ਦਫ਼ਤਰ ਦਾ ਟਾਈਮ ਖ਼ਤਮ ਹੋਣ ਦੇ ਬਾਵਜੂਦ ਵੀ ਘਰ ਨਹੀਂ ਪੁੱਜਦਾ, ਸਗੋਂ ਸ਼ਾਮ ਦਾ ਵਕਤ ਜਿਹੜਾ ਹੈ ਪਾਰਕਾਂ ਦੇ ਵਿੱਚ, ਬਾਜ਼ਾਰਾਂ ਦੇ ਵਿੱਚ ਘੁੰਮਦਿਆਂ ਹੋਇਆਂ ਬਤੀਤ ਕਰ ਦਿੰਦਾ ਹੈ, ਤਾਂ ਜੋ ਘਰ ਜਾ ਕੇ ਆਪਣੀ ਪਤਨੀ ਦੇ ਕਾਟੋ ਕਲੇਸ਼ ਦਾ ਉਸ ਨੂੰ ਸਾਹਮਣਾ ਨਾ ਕਰਨਾ ਪਵੇ। ਇਸ ਤਰ੍ਹਾਂ ਉਹ ਜੋ ਹੈ ਬਿਲਕੁਲ ਹੀ ਇੱਕ ਤਰ੍ਹਾਂ ਦੇ ਨਾਲ ਜੋ ਹੈ ਇਕੱਲਾ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ, ਕਿਉਂਕਿ ਦੋਹਾਂ ਜੀਆਂ ਦੀ ਆਪਸ ਦੇ ਵਿੱਚ ਬਿਲਕੁਲ ਵੀ ਸਾਂਝ ਨਹੀਂ ਹੈ, ਬਿਲਕੁਲ ਵੀ ਸੁਭਾਅ ਨਹੀਂ ਮਿਲਦੇ। ਇਸ ਤਰ੍ਹਾਂ ਲੇਖਕ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਹਾਣੀ ਦੇ ਵਿੱਚ ਕਿ ਜੋ ਗ੍ਰਹਿਸਥ ਰੂਪੀ ਗੱਡੀ ਹੈ, ਪਤੀ ਪਤਨੀ ਉਸਦੇ 2 ਪਹੀਏ ਹੁੰਦੇ ਹਨ, ਦੋਹਾਂ ਦਾ ਸੁਭਾਅ, ਦੋਹਾਂ ਦਾ ਜੋ ਵਿਹਾਰ ਹਨ, ਆਦਤਾਂ ਹਨ, ਇੱਕ ਦੂਜੇ ਨੂੰ ਸਮਝਣ ਦਾ ਗੁਣ ਜਿਹੜਾ ਹੈ ਸਭ ਤੋਂ ਵੱਡਾ ਦੋਹਾਂ ਦੇ ਵਿੱਚ ਹੋਣਾ ਚਾਹੀਦਾ ਹੈ। ਇਸੇ ਕਰਕੇ ਹੀ ਉਹ ਗ੍ਰਹਿਸਥ ਰੂਪੀ ਗੱਡੀ ਨੂੰ ਚਲਾਉਣ ਦੇ ਵਿੱਚ ਕਾਰਗਰ ਸਾਬਿਤ ਹੋ ਸਕਦੇ ਹਨ। ਪਰ ਇਸ ਪੱਖੋਂ ਸੁਰਿੰਦਰ ਅਤੇ ਸੁਰਿੰਦਰ ਦੀ ਪਤਨੀ ਦਾ ਦੋਹਾਂ ਦਾ ਆਪਸ ਦੇ ਵਿੱਚ ਕੋਈ ਮੇਲ ਨਹੀਂ ਹੈ। ਦੂਜੇ ਪਾਸੇ ਜੋ ਰੰਜਨਾ ਹੈ ਉਹ ਜੋਤਹੀਨ ਹੋਣ ਦੇ ਬਾਵਜੂਦ ਵੀ, ਉਸ ਨੂੰ ਦਿਖਾਈ ਨਾ ਦੇਣ ਦੇ ਬਾਵਜੂਦ ਵੀ, ਉਸ ਦੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਜਾਣ ਦੇ ਬਾਵਜੂਦ ਵੀ ਉਸ ਦੇ ਅੰਦਰਲੀ ਜੋਤ ਜਗ ਚੁੱਕੀ ਹੈ, ਜਿਸ ਸਦਕਾ ਆਪਣੇ ਪਤੀ ਦੇ ਨਾਲ ਹਰ ਤਰ੍ਹਾਂ ਦਾ ਤਾਲਮੇਲ ਬਣਾ ਕੇ ਰੱਖਦੀ ਹੈ, ਔਰ ਪਤੀ ਵੀ ਉਸ ਦਾ ਹਰ ਕਦਮ 'ਤੇ ਉਸ ਦਾ ਸਹਾਇਕ, ਉਸ ਦਾ ਸਾਥੀ ਬਣ ਕੇ ਉਸ ਦਾ ਸਾਥ ਦਿੰਦਾ ਹੈ, ਜਿਸ ਸਦਕਾ ਉਹਨਾਂ ਦਾ ਘਰ ਜੋ ਹੈ ਇੱਕ ਸਵਰਗ ਦਾ ਰੂਪ ਬਣ ਚੁੱਕਿਆ ਹੈ। ਦੂਜੇ ਪਾਸੇ ਸੁਰਿੰਦਰ ਅਤੇ ਉਸ ਦੀ ਪਤਨੀ ਦਾ ਘਰ ਜੋ ਹੈ ਉਹ ਨਰਕ ਦਾ ਪਰਤਾਓ ਹੈ। ਇਸ ਤਰ੍ਹਾਂ ਅੰਤ ਦੇ ਵਿੱਚ ਜਦੋਂ ਜੋ ਰੰਜਨਾ ਹੈ ਆਪਣੇ ਪੇਕੇ ਆਉਂਦੀ ਹੈ ਅਤੇ ਉਸ ਨੂੰ ਪਤਾ ਚੱਲਦਾ ਰਹਿੰਦਾ ਹੈ ਕਿ ਸੁਰਿੰਦਰ ਦੀ ਗ੍ਰਸਥ ਦੀ ਗੱਡੀ ਜਿਹੜੀ ਹੈ ਜਾਂ ਗ੍ਰਸਥੀ ਜੀਵਨ ਜਿਹੜਾ ਹੈ ਉਹ ਓਨਾ ਸੁਖਾਵਾਂ ਨਹੀਂ ਚੱਲ ਰਿਹਾ, ਤਾਂ ਇੱਕ ਦਿਨ ਉਹ ਸੁਰਿੰਦਰ ਦੇ ਘਰ ਮਿਲਣ ਜਾਂਦੀ ਹੈ, ਕਿਉਂਕਿ ਦੋਹਾਂ ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਜੋਲ ਤਾਂ ਸੀ ਹੀ। ਤਾਂ ਉਹ ਗੱਲਾਂ ਗੱਲਾਂ ਦੇ ਵਿੱਚ ਸੁਰਿੰਦਰ ਦੀ ਪਤਨੀ ਨੂੰ ਸੁਰਿੰਦਰ ਦਾ ਖਿਆਲ ਰੱਖਣ ਦੇ ਲਈ ਕਹਿ ਦਿੰਦੀ ਹੈ। ਸੁਰਿੰਦਰ ਦੀਆਂ ਜੋ ਬਚਪਨ ਦੀਆਂ ਆਦਤਾਂ ਸਨ ਉਹਨਾਂ ਬਾਰੇ ਦੱਸਦੀ ਹੈ, ਉਸਦੇ ਸੁਭਾਅ ਬਾਰੇ ਦੱਸਦੀ ਹੈ। ਸੁਰਿੰਦਰ ਦੀ ਪਤਨੀ ਜਿਹੜੀ ਹੈ ਚੁੱਪਚਾਪ ਉਸ ਦੀਆਂ ਗੱਲਾਂ ਸੁਣਦੀ ਰਹਿੰਦੀ ਹੈ, ਕੋਈ ਜ਼ਿਆਦਾ ਉਸ ਦਾ ਜਵਾਬ ਨਹੀਂ ਦਿੰਦੀ। ਦੂਜੇ ਪਾਸੇ ਸੁਰਿੰਦਰ ਕੋਸ਼ਿਸ਼ ਕਰ ਰਿਹਾ ਹੈ ਕਿ ਗੱਲਬਾਤ ਦਾ ਵਿਸ਼ਾ ਜੋ ਹੈ ਬਦਲ ਜਾਵੇ। ਅਤੇ ਇਸ ਤੋਂ ਬਾਅਦ ਰੰਜਨਾ ਆਪਣੇ ਘਰ ਆ ਜਾਂਦੀ ਹੈ। ਰੰਜਨਾ ਦੇ ਘਰੋਂ ਬਾਹਰ ਹੋਣ ਤੋਂ ਇੱਕਦਮ ਬਾਅਦ ਹੀ ਸੁਰਿੰਦਰ ਦੀ ਪਤਨੀ ਸੁਰਿੰਦਰ ਨੂੰ ਕਹਿੰਦੀ ਹੈ ਕਿ ਅੱਜ ਤਾਂ ਮੈਂ ਇਸ ਨੂੰ ਜਾਣ ਦਿੱਤਾ ਹੀ, ਇਸ ਤੋਂ ਬਾਅਦ ਇਹ ਔਰਤ ਸਾਡੇ ਘਰ ਨਹੀਂ ਵੜਨੀ ਚਾਹੀਦੀ। ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਸੁਰਿੰਦਰ ਦੀ ਪਤਨੀ ਜਿਹੜੀ ਹੈ ਕਿੰਨੇ ਕੌੜੇ ਕੁਸੈਲੇ ਸੁਭਾਅ ਦੀ ਹੈ। ਉਹ ਆਪਣੇ ਘਰ ਆਏ ਮਹਿਮਾਨ ਦੇ ਉੱਤੇ ਵੀ ਸ਼ੱਕ ਕਰਦੀ ਹੈ, ਆਪਣੇ ਪਤੀ ਦੇ ਉੱਤੇ ਵੀ ਸ਼ੱਕ ਕਰਦੀ ਹੈ, ਜਿਸ ਸਦਕਾ ਉਹਨਾਂ ਦਾ ਪਰਿਵਾਰਿਕ ਜੀਵਨ ਜਿਹੜਾ ਹੈ ਉਹ ਨਰਕ ਦੇ ਤੁੱਲ ਹੋ ਗਿਆ ਹੈ।
ਜਿੱਥੋਂ ਤੱਕ ਇਸ ਕਹਾਣੀ ਦੇ ਪਲਾਟ ਜਾਂ ਗੋਂਦ ਦਾ ਸੰਬੰਧ ਹੈ, ਇਸ ਦੇ ਵਿੱਚ ਕਹਾਣੀ ਦੀਆਂ ਸਾਰੀਆਂ ਲੜੀਆਂ ਜਿਹੜੀਆਂ ਹਨ ਉਹ ਲੇਖਕ ਨੇ ਬੜੀ ਤਰਤੀਬਵਾਰ ਫਿੱਟ ਕੀਤੀਆਂ ਹਨ। ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਇਹ ਪਿੱਛਲ ਝਾਤ ਦੇ ਨਾਲ ਸ਼ੁਰੂ ਹੁੰਦੀ ਹੈ, ਕਿਉਂਕਿ ਕਹਾਣੀ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਸੁਰਿੰਦਰ ਜ਼ਹਿਰ ਦਾ ਘੁੱਟ ਭਰ ਕੇ ਰਹਿ ਗਿਆ ਸੀ, ਅਤੇ ਉਸ ਆਖਰੀ ਘਟਨਾ ਤੋਂ ਬਾਅਦ ਜੋ ਹੈ ਲੇਖਕ ਨੇ ਸਾਰੀ ਕਹਾਣੀ ਜਿਹੜੀ ਹੈ ਪਿੱਛਲ ਝਾਤ ਵਿਧੀ ਦੇ ਨਾਲ ਉਸਾਰੀ ਹੈ। ਇਸ ਕਹਾਣੀ ਦੇ ਵਿੱਚ ਦੋ ਪੜਾਅ ਲੈ ਸਕਦੇ ਹਨ। ਇੱਕ ਤਾਂ ਰੰਜਨਾ ਦਾ ਜੀਵਨ ਦਾ ਉਹ ਪੜਾਅ ਜੋ ਵਿਆਹਤਾ ਜੀਵਨ ਤੋਂ ਪਹਿਲਾਂ ਦਾ ਸੀ, ਦੂਸਰਾ ਵਿਆਹਤਾ ਜੀਵਨ ਤੋਂ ਬਾਅਦ ਦਾ ਜੋ ਜੀਵਨ ਸੀ। ਕਿਸ ਤਰ੍ਹਾਂ ਉਸਨੇ ਆਪਣੀ ਜੋ ਹੈ ਬੁੱਧੀ ਦੇ ਨਾਲ, ਆਪਣੇ ਸਲੀਕੇ ਦੇ ਨਾਲ ਆਪਣੇ ਜੀਵਨ ਦੇ ਵਿੱਚ ਰੰਗਹੀਨ ਜੀਵਨ ਦੇ ਵਿੱਚ ਰੰਗਾਂ ਨੂੰ ਭਰ ਲਿਆ ਹੈ, ਜ਼ਿੰਦਗੀ ਨੂੰ ਜਿਉਣ ਯੋਗ ਬਣਾ ਲਿਆ ਹੈ। ਆਪਣੀ ਜੋ ਹੈ ਅੰਤਰਾਤਮਾ ਦੀ ਆਵਾਜ਼ ਸੁਣ ਕੇ ਆਪਣੀਆਂ ਖੂਬੀਆਂ ਦੇ ਵਿੱਚ, ਆਪਣੇ ਆਤਮ ਵਿਸ਼ਵਾਸ ਦੇ ਵਿੱਚ ਵਾਧਾ ਕਰਕੇ ਆਪਣੇ ਪਤੀ ਦੀ, ਆਪਣੀ ਗ੍ਰਸਥ ਆਸ਼ਰਮ ਦੀ ਉਹ ਜ਼ਿੰਦ ਜਾਨ ਬਣ ਗਈ ਹੈ। ਦੂਜੇ ਪਾਸੇ ਸੁਰਿੰਦਰ ਅਤੇ ਉਸ ਦੀ ਪਤਨੀ ਦਾ ਜੀਵਨ ਹੈ, ਉਸ ਨੂੰ ਬਿਆਨ ਕੀਤਾ ਹੈ। ਇਹ ਘਟਨਾ ਜੋ ਹੈ ਇੱਥੋਂ ਸ਼ੁਰੂ ਹੁੰਦੀ ਹੈ ਕਿ ਸੁਰਿੰਦਰ ਅਤੇ ਰੰਜਨਾ ਦੇ ਬਚਪਨ ਦੇ ਪਿਆਰ ਤੋਂ ਬਾਅਦ ਕਿਸ ਤਰ੍ਹਾਂ ਉਹਦੀਆਂ ਅੱਖਾਂ ਜੋਤਹੀਨ ਹੋ ਜਾਣ ਤੋਂ ਬਾਅਦ ਸੁਰਿੰਦਰ ਦਾ ਝੁਕਾਅ ਉਸ ਦੇ ਵੱਲੋਂ ਹਟਦਾ ਜਾਂਦਾ ਹੈ, ਸੁਰਿੰਦਰ ਉਸ ਤੋਂ ਦੂਰ ਹੁੰਦਾ ਜਾਂਦਾ ਹੈ, ਅਤੇ ਕਿਸ ਤਰ੍ਹਾਂ ਰੰਜਨਾ ਦੀ ਜ਼ਿੰਦਗੀ ਹਨੇਰਿਆਂ ਦੇ ਨਾਲ ਭਰਪੂਰ ਹੁੰਦੀ ਜਾਂਦੀ ਹੈ। ਅਤੇ ਉਸ ਤੋਂ ਬਾਅਦ ਰੰਜਨਾ ਜਿਹੜੀ ਹੈ ਆਪਣੀ ਅੰਤਰਾਤਮਾ ਦੀ ਆਵਾਜ਼ ਸੁਣ ਕੇ ਆਪਣੇ ਆਪ ਨੂੰ ਪ੍ਰੇਰਿਤ ਕਰਦੀ ਹੈ, ਜ਼ਿੰਦਗੀ ਨੂੰ ਜਿਉਣ ਦਾ ਇੱਕ ਜੋ ਹੈ ਚਾਅ ਉਸ ਦੇ ਮਨ ਦੇ ਵਿੱਚ ਪੈਦਾ ਹੁੰਦਾ ਹੈ। ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਉਸ ਦਾ ਪਤੀ ਦਾ ਆਗਮਨ ਹੁੰਦਾ ਹੈ, ਉਸ ਦਾ ਵਿਆਹ ਹੁੰਦਾ ਹੈ, ਅਤੇ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਭਰ ਲੈਂਦੀ ਹੈ, ਅਤੇ ਕਿਸ ਤਰ੍ਹਾਂ ਸੁਰਿੰਦਰ ਦੀ ਪਤਨੀ ਉਸ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੰਦੀ ਹੈ। ਇਸ ਤਰ੍ਹਾਂ ਸਾਰੀਆਂ ਘਟਨਾਵਾਂ ਜਿਹੜੀਆਂ ਹਨ ਲੜੀਵਾਰ ਚੱਲ ਰਹੀਆਂ ਹਨ, ਔਰ ਇਸ ਕਹਾਣੀ ਦਾ ਪਲਾਟ ਜਿਹੜਾ ਹੈ ਇਕਹਿਰਾ ਹੋਣ ਦੇ ਬਾਵਜੂਦ ਵੀ ਜੋ ਹੈ ਨਿਰੰਤਰ ਪਾਠਕਾਂ ਦੀ ਉਤਸੁਕਤਾ ਦੇ ਵਿੱਚ ਵਾਧਾ ਕਰਦਾ ਹੈ। ਕਹਾਣੀ ਦਾ ਜੋ ਸ਼ੁਰੂਆਤ ਹੈ ਬੇਸ਼ੱਕ ਝਟਪਟੇ ਅੰਦਾਜ਼ ਦੇ ਵਿੱਚ ਹੋਈ ਹੈ, ਪਰ ਫਿਰ ਵੀ ਇੱਕ ਖਿੱਚ, ਇੱਕ ਕਸ਼ਿਸ਼ ਭਰੀ ਹੋਈ ਹੈ। ਪਾਠਕ ਦੇ ਮਨ ਦੇ ਵਿੱਚ ਜੋ ਹੈ ਇੱਕ ਪੈਦਾ ਹੁੰਦਾ ਹੈ ਉਤਸੁਕਤਾ ਕਿ ਅੱਗੇ ਕੀ ਵਾਪਰਨ ਵਾਲਾ ਹੈ, ਅਤੇ ਕਹਾਣੀ ਦੇ ਵਿੱਚ ਪ੍ਰਭਾਵ ਦੀ ਏਕਤਾ ਜੋ ਹੈ ਉਹ ਨਿਰੰਤਰ ਅੰਤ ਤੱਕ ਬਣੀ ਰਹਿੰਦੀ ਹੈ। ਇਸ ਤਰ੍ਹਾਂ ਪਲਾਟ ਦੇ ਪੱਖੋਂ ਇਸ ਕਹਾਣੀ ਨੂੰ ਅਸੀਂ ਇੱਕ ਸਫਲ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਜਿੱਥੋਂ ਤੱਕ ਕਹਾਣੀ ਦੇ ਉਦੇਸ਼ ਦਾ ਸੰਬੰਧ ਹੈ, ਅਸਲ ਦੇ ਵਿੱਚ ਇਹਦੇ ਬਹੁਤ ਸਾਰੇ ਉਦੇਸ਼ ਹਨ, ਕਿਉਂਕਿ ਇੱਕ ਤਾਂ ਲੇਖਕ ਜੋ ਹੈ ਮਹਾਨਗਰਾਂ ਦੇ ਲੋਕਾਂ ਦੇ ਜੀਵਨ ਨੂੰ ਬਿਆਨ ਕਰਨਾ ਚਾਹ ਰਿਹਾ ਹੈ ਕਿ ਕਿਸ ਤਰ੍ਹਾਂ ਉਹ ਲੋੜ ਵਸ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਹਨ। ਦੂਜਾ, ਉਸਨੇ ਗ੍ਰਸਥ ਰੂਪੀ ਆਸ਼ਰਮ ਨੂੰ ਚਲਾਉਣ ਦੇ ਲਈ ਪਤੀ ਪਤਨੀ ਰੂਪੀ ਦੋ ਪਹੀਆਂ ਦਾ ਸਾਵਾਂ ਹੋਣ ਦੇ ਉੱਤੇ ਜ਼ੋਰ ਦਿੱਤਾ ਹੈ। ਤੀਸਰਾ, ਉਹ ਦੱਸਣਾ ਚਾਹ ਰਿਹਾ ਹੈ ਕਿ ਜੇਕਰ ਪਤੀ ਪਤਨੀ ਵਿਚਲਾ ਜੋ ਵਿਸ਼ਵਾਸ ਹੈ ਉਹ ਡਗਮਗਾ ਜਾਵੇ ਅਤੇ ਉਹਨਾਂ ਦਾ ਘਰ ਨਰਕ ਬਣ ਕੇ ਰਹਿ ਜਾਂਦਾ ਹੈ, ਜਿਸ ਤਰ੍ਹਾਂ ਸੁਰਿੰਦਰ ਦਾ ਘਰ। ਦੂਜੇ ਪਾਸੇ ਜੋ ਹੈ ਇਹ ਵੀ ਦੱਸਣਾ ਚਾਹ ਰਿਹਾ ਹੈ ਲੇਖਕ ਕਿ ਖੂਬਸੂਰਤੀ ਨਾਲੋਂ ਮਨੁੱਖ ਦਾ ਖੂਬਸੀਰਤ ਹੋਣਾ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਰੰਜਨਾ ਜੋ ਹੈ ਉਹ ਖੂਬਸੀਰਤ ਹੈ, ਦੂਜੇ ਪਾਸੇ ਜੋ ਸੁਰਿੰਦਰ ਦੀ ਪਤਨੀ ਹੈ ਉਹ ਖੂਬਸੂਰਤ ਹੈ, ਉਸ ਦੀਆਂ ਕਟਾਰ ਵਰਗੀਆਂ ਅੱਖਾਂ ਹਨ, ਪਰ ਉਹ ਅਗਲੇ ਦੇ ਸੀਨੇ ਦੇ ਵਿੱਚ ਕਟਾਰ ਵਾਂਗ ਹੀ ਖੁੱਭ ਜਾਂਦੀਆਂ ਹਨ। ਮਨੁੱਖ ਜੋ ਹੈ ਉਸ ਨੂੰ ਹਮੇਸ਼ਾ ਆਸ਼ਾਵਾਦੀ ਬਣੇ ਰਹਿਣਾ ਚਾਹੀਦਾ, ਰੰਜਨਾ ਵਾਂਗ ਪ੍ਰਤੀਕੂਲ ਪਰਿਸਥਿਤੀਆਂ ਦੇ ਵਿੱਚ ਵੀ ਉਸ ਨੂੰ ਆਪਣਾ ਮਨੋਬਲ ਬਣਾ ਕੇ ਰੱਖਣਾ ਚਾਹੀਦਾ ਹੈ, ਅਤੇ ਆਪਣੀ ਅੰਦਰਲੀ ਆਤਮਾ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ, ਅੰਤਰਾਤਮਾ ਦੀ ਆਵਾਜ਼ ਨੂੰ ਸੁਣਦਿਆਂ ਹੋਇਆਂ ਆਪਣੇ ਆਪ ਨੂੰ ਜੋ ਹੈ ਹਮੇਸ਼ਾ ਜਾਗਰੂਕ ਕਰਨਾ ਚਾਹੀਦਾ ਹੈ। ਔਰ ਜਾਗਰੂਕ ਮਨੁੱਖ ਜੋ ਹੈ ਆਪਣੇ ਹਨੇਰੇ ਰਾਹਾਂ ਨੂੰ ਵੀ ਰੋਸ਼ਨ ਕਰ ਲੈਂਦਾ ਹੈ। ਦੂਜੇ ਪਾਸੇ ਜਿਹੜਾ ਮਨੁੱਖ ਇਹ ਵਿਸ਼ਵਾਸ ਦੀਆਂ ਘੁੰਮਣ ਘੇਰੀਆਂ ਵਿੱਚ ਫਸਿਆ ਹੁੰਦਾ ਹੈ, ਜਿਹਦੇ ਵਿੱਚ ਜਾਗਰੂਕਤੀ ਨਹੀਂ ਹੁੰਦੀ, ਸਿਰਫ ਵਹਿਮਾਂ ਭਰਮਾਂ ਵਿੱਚ ਫਸਿਆ ਹੁੰਦਾ ਹੈ, ਜਾਂ ਹਮੇਸ਼ਾ ਦੂਸਰਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ, ਉਹ ਆਪਣੇ ਵਸੇ ਵਸਾਏ ਘਰ ਨੂੰ ਵੀ ਬਰਬਾਦ ਕਰ ਲੈਂਦਾ ਹੈ, ਜਿਵੇਂ ਕਿ ਸੁਰਿੰਦਰ ਦੀ ਪਤਨੀ ਦਾ ਵਤੀਰਾ ਹੈ। ਇਸ ਤਰ੍ਹਾਂ ਉਦੇਸ਼ ਵੀ ਇਸ ਕਹਾਣੀ ਦਾ ਬੇਹੱਦ ਸਾਰਥਕ ਹੈ। ਜਿੱਥੋਂ ਤੱਕ ਪਾਤਰ ਉਸਾਰੀ ਦਾ ਸਵਾਲ ਹੈ, ਸਾਰੇ ਹੀ ਪਾਤਰ ਇਸ ਦੇ ਵਿੱਚ ਮਹੱਤਵਪੂਰਨ ਹਨ।
ਰੰਜਨਾ ਇੱਕ ਅਜਿਹਾ ਪਾਤਰ ਹੈ ਜੋ ਕਿ ਇਸ ਪੂਰੀ ਕਹਾਣੀ ਦੇ ਵਿੱਚ ਛਾਇਆ ਹੋਇਆ ਹੈ, ਔਰ ਪਾਠਕ ਦੀ ਹਮਦਰਦੀ ਜਿਹੜੀ ਹੈ ਉਹ ਨਿਰੰਤਰ ਰੰਜਨਾ ਦੇ ਨਾਲ ਬਣੀ ਹੋਈ ਹੈ, ਔਰ ਪਾਠਕ ਰੰਜਨਾ ਦੀਆਂ ਨਿੱਜੀ ਜੀਵਨ ਦੇ ਵਿੱਚ ਕਾਰਗੁਜ਼ਾਰੀਆਂ ਨੂੰ ਇੱਕ ਤਰ੍ਹਾਂ ਦੇ ਨਾਲ ਆਪਣੀਆਂ ਖੁੱਲ੍ਹੀਆਂ ਅੱਖਾਂ ਦੇ ਨਾਲ ਵੇਖ ਰਿਹਾ ਮਹਿਸੂਸ ਕਰਦਾ ਹੈ, ਔਰ ਰੰਜਨਾ ਦਾ ਪਾਤਰ ਜੋ ਹੈ ਉਹ ਪਾਠਕਾਂ ਨੂੰ ਬੇਹੱਦ ਪ੍ਰਭਾਵਿਤ ਕਰਦਾ ਹੈ। ਦੂਜੇ ਪਾਸੇ ਸੁਰੇਂਦਰ ਇੱਕ ਬੜਾ ਹਮਦਰਦੀ ਦਾ ਪਾਤਰ ਜਿਹਾ ਬਣ ਕੇ ਰਹਿ ਜਾਂਦਾ ਹੈ, ਔਰ ਸੁਰੇਂਦਰ ਦੀ ਪਤਨੀ ਦੇ ਪ੍ਰਤੀ ਜੋ ਹੈ ਪਾਠਕਾਂ ਦੇ ਮਨ ਦੇ ਵਿੱਚ ਵੀ ਬੜਾ ਇੱਕ ਕੁੜੱਤਣ ਭਰ ਜਾਂਦੀ ਹੈ ਉਸਦੇ ਵਿਹਾਰ ਸਦਕਾ, ਕਿ ਕਿਸ ਤਰ੍ਹਾਂ ਉਸਨੇ ਸੁਰੇਂਦਰ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਹਾਲਾਂਕਿ ਜੇਕਰ ਸੋਚਿਆ ਜਾਵੇ ਤਾਂ ਸੁਰੇਂਦਰ ਦੇ ਨਾਲ ਵੀ ਜੋ ਹੈ ਜੋ ਉਸਨੇ ਰੰਜਨਾ ਦੇ ਨਾਲ ਕੀਤਾ ਸੀ, ਹਾਲਾਂਕਿ ਰੰਜਨਾ ਦੇ ਨਾਲ ਜੋ ਹਾਦਸਾ ਹੋਇਆ, ਜੋ ਉਹਦੀਆਂ ਅੱਖਾਂ ਦੀ ਜੋਤ ਚਲੀ ਗਈ, ਇਹਦੇ ਵਿੱਚ ਰੰਜਨਾ ਦਾ ਕੋਈ ਕਸੂਰ ਨਹੀਂ ਸੀ, ਪਰ ਇੱਕ ਤਾਂ ਕੁਦਰਤ ਨੇ ਉਸਦੇ ਕੋਲੋਂ ਅੱਖਾਂ ਦੀ ਜੋਤ ਨਾ ਖੋਹ ਲਈ, ਦੂਜੇ ਪਾਸੇ ਸੁਰਿੰਦਰ ਨੇ ਉਸਦੇ ਕੋਲੋਂ ਜ਼ਿੰਦਗੀ ਜਿਉਣ ਦੇ ਸੁਪਨੇ ਖੋਹ ਲਏ ਉਸ ਦੇ ਨਾਲ ਦੂਰੀ ਬਣਾ ਕੇ, ਅਤੇ ਸੁਰਿੰਦਰ ਨੂੰ ਵੀ ਸ਼ਾਇਦ ਅਜਿਹੀ ਗੁਸੈਲ ਪਤਨੀ ਦੇ ਰੂਪ ਦੇ ਵਿੱਚ ਜੋ ਲਾਈਫ ਪਾਰਟਨਰ ਮਿਲਿਆ ਹੈ, ਜੋ ਜੀਵਨ ਸਾਥਣ ਮਿਲੀ ਹੈ, ਇਹ ਵੀ ਇੱਕ ਤਰ੍ਹਾਂ ਦੇ ਨਾਲ ਉਸਦੀ ਕਰਨੀ ਦਾ ਹੀ ਫਲ ਸਾਨੂੰ ਮਹਿਸੂਸ ਹੁੰਦੀ ਹੈ। ਸੋ ਪਾਤਰ ਉਸਾਰੀ ਪੱਖੋਂ ਅਸੀਂ ਇਸ ਕਹਾਣੀ ਨੂੰ ਵੀ ਇੱਕ ਚੰਗੀ ਕਹਾਣੀ ਦਾ ਦਰਜਾ ਦੇ ਸਕਦੇ ਹਾਂ। ਅਸਲ ਦੇ ਵਿੱਚ ਲੇਖਕ ਜੋ ਹੈ ਇਹਨਾਂ ਪਾਤਰਾਂ ਦੇ ਰਾਹੀਂ ਦਰਸਾਉਣਾ ਚਾਹੁੰਦਾ ਹੈ ਕਿ ਜੋ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਹੈ ਉਹ ਆਪਸੀ ਪ੍ਰੇਮ ਪਿਆਰ ਦੇ ਉੱਤੇ ਟਿਕੀ ਹੁੰਦੀ ਹੈ, ਖੁਸ਼ ਮਿਜ਼ਾਜੀ ਦੇ ਉੱਤੇ ਟਿਕੀ ਹੁੰਦੀ ਹੈ, ਨਾ ਕਿ ਜੋ ਜੀਵਨ ਜਿਉਣ ਦੀਆਂ ਜੋ ਪਦਾਰਥਕ ਖੁਸ਼ਹਾਲੀਆਂ ਹੁੰਦੀਆਂ ਹਨ ਉਹਨਾਂ ਉੱਤੇ ਟਿਕੀ ਹੁੰਦੀ ਹੈ। ਸੋ ਪਾਤਰ ਉਸਾਰੀ ਜਿਹੜੀ ਹੈ ਹੱਦ ਸਾਰਥਕ ਕਿਸਮ ਦੀ ਹੈ। ਜਿੱਥੋਂ ਤੱਕ ਵਾਰਤਾਲਾਪ ਦਾ ਸਵਾਲ ਹੈ, ਅਸਲ ਦੇ ਵਿੱਚ ਇਹ ਕਹਾਣੀ ਲੇਖਕ ਨੇ ਜੋ ਹੈ, ਕਿਉਂਕਿ ਪਿਛਲ ਝਾਤ ਦੇ ਨਾਲ ਜਿਵੇਂ ਕਿ ਪਹਿਲਾਂ ਵੀ ਦੱਸਿਆ ਹੈ ਸ਼ੁਰੂ ਕੀਤੀ ਹੈ, ਅਤੇ ਉਸ ਨੂੰ ਬਿਆਨੀਆ ਢੰਗ ਦੇ ਨਾਲ ਬਿਆਨ ਕੀਤਾ ਹੈ। ਇਸ ਦੇ ਬਾਵਜੂਦ ਵੀ ਪਾਠਕ ਜੋ ਹੈ ਨਿਰੰਤਰ ਉਸ ਕਹਾਣੀ ਨੂੰ ਦਰਸ਼ਕ ਬਣਿਆ ਹੋਇਆ ਵੇਖਦਾ ਹੈ। ਪਰ ਵਾਰਤਾਲਾਪ ਜਿਹੜੇ ਹਨ, ਹਾਲਾਂਕਿ ਕਿਹਾ ਜਾਂਦਾ ਹੈ ਕਿ ਕਹਾਣੀ ਨੂੰ ਅੱਗੇ ਤੋਰਦੇ ਹਨ, ਪਰ ਕਿਉਂਕਿ ਬਿਆਨੀਆ ਅੰਦਾਜ਼ ਦੇ ਵਿੱਚ ਕਹਾਣੀ ਲੇਖਕ ਨੇ ਸਿਰਫ ਬਿਆਨ ਕੀਤੀ ਹੈ, ਇਸ ਦੇ ਵਿੱਚ ਵਾਰਤਾਲਾਪ ਨਹੀਂ ਹਨ। ਸਿਰਫ ਅਖੀਰ ਦੇ ਵਿੱਚ ਇੱਕੋ ਹੀ ਮੁੱਖ ਵਾਰਤਾਲਾਪ ਹੈ, ਜਿਸ ਤੋਂ ਜੋ ਹੈ ਕਹਾਣੀ ਦੇ ਪਾਤਰਾਂ ਦੇ ਸੁਭਾਅ ਦਾ ਵੀ ਪਤਾ ਚੱਲਦਾ ਹੈ, ਜੋ ਇਸ ਤਰ੍ਹਾਂ ਹੈ ਕਿ ਜਦੋਂ ਸੁਰਿੰਦਰ ਦੀ ਪਤਨੀ ਦੇ ਕੋਲ ਰੰਜਨਾ ਮਿਲਣ ਲਈ ਆਉਂਦੀ ਹੈ ਅਤੇ ਉਸਨੂੰ ਦੱਸ ਰਹੀ ਹੈ ਸੁਰਿੰਦਰ ਦੇ ਬਾਰੇ, ਤਾਂ ਸੁਰਿੰਦਰ ਦੀ ਪਤਨੀ ਅੰਦਰ ਹੀ ਅੰਦਰ ਉਸਦੀਆਂ ਗੱਲਾਂ ਸੁਣ ਕੇ ਬੜਾ ਜੋ ਹੈ ਗੁੱਸਾ ਮਹਿਸੂਸ ਕਰ ਰਹੀ ਹੈ, ਸੁਰਿੰਦਰ 'ਤੇ ਸ਼ੱਕ ਕਰ ਰਹੀ ਹੈ, ਅਤੇ ਰੰਜਨਾ ਦੇ ਜਾਣ ਤੋਂ ਬਾਅਦ ਇੱਕਦਮ ਸੁਰਿੰਦਰ ਨੂੰ ਕਹਿੰਦੀ ਹੈ ਕਿ ਇਸ ਵਾਰ ਤਾਂ ਮੈਂ ਜਾਣ ਦਿੱਤਾ ਹੀ, ਜੇਕਰ ਮੁੜ ਕੇ ਇਸਨੇ ਸਾਡੇ ਘਰ ਪੈਰ ਪਾਏ ਤਾਂ ਨਖਸਮੀ ਦੇ ਗਿੱਟੇ ਭੰਨ ਦਿਆਂਗੀ, ਅੰਨੇ ਦੀਦੇ ਅੱਖਾਂ ਭਾਵ ਵਿੰਨ ਕੇ ਰੱਖ ਦਿਆਂਗੀ। ਬਥੇਰੇ ਚਿਰ ਤੋਂ ਮੈਂ ਚੁੱਪ ਬੈਠੀ ਹਾਂ। ਸੋ ਇੱਥੋਂ ਸਪਸ਼ਟ ਹੁੰਦਾ ਹੈ ਕਿ ਬਥੇਰੇ ਚਿਰ ਤੋਂ ਚੁੱਪ ਬੈਠੀ ਹਾਂ ਭਾਵ ਕਿ ਉਹ ਸ਼ੁਰੂ ਤੋਂ ਹੀ ਰੰਜਨਾ ਦੇ ਪ੍ਰਤੀ ਕੁੜਿੱਤਣ ਦੇ ਨਾਲ ਭਰੀ ਹੋਈ ਸੀ, ਰੰਜਨਾ ਅਤੇ ਸੁਰਿੰਦਰ ਦੇ ਚਰਿੱਤਰ ਦੇ ਉੱਤੇ ਸ਼ੱਕ ਕਰ ਰਹੀ ਸੀ। ਸੋ ਇੱਕੋ ਇੱਕ ਡਾਇਲੋਗ ਜੋ ਹੈ ਇਸ ਕਹਾਣੀ ਦੇ ਵਾਤਾਵਰਣ ਨੂੰ ਸਪਸ਼ਟ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ, ਔਰ ਇਸ ਦੇ ਨਾਲ ਪਾਤਰਾਂ ਦਾ ਪਾਤਰ ਚਿੱਤਰਨ ਵੀ ਪੂਰੀ ਤਰ੍ਹਾਂ ਪਾਠਕਾਂ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਸੁਰਿੰਦਰ ਦੀ ਪਤਨੀ ਵਾਸਤਵ ਦੇ ਵਿੱਚ ਕਿਸ ਤਰ੍ਹਾਂ ਦੀ ਸੀ। ਉਸ ਦਾ ਇੱਕੋ ਹੀ ਬੋਲ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਸੁਣ ਕੇ ਪਾਠਕ ਵੀ ਤ੍ਰਭਕ ਜਾਂਦਾ ਹੈ ਕਿ ਇੰਨੀ ਖੂੰਖਾਰ ਕਿਸਮ ਦੀ ਔਰਤ, ਕਿੰਨਾ ਜ਼ਹਿਰ ਭਰਿਆ ਹੋਇਆ ਸੀ ਉਸ ਦੇ ਵਿੱਚ ਰੰਜਨਾ ਦੇ ਪ੍ਰਤੀ ਜਾਂ ਆਪਣੇ ਪਤੀ ਦੇ ਪ੍ਰਤੀ, ਅਤੇ ਜ਼ਰੂਰੀ ਇਹ ਸਿੱਧ ਹੁੰਦਾ ਹੈ ਵਾਸਤਵ ਦੇ ਵਿੱਚ ਉਸਨੇ ਸੁਰਿੰਦਰ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖਿਆ ਹੋਵੇਗਾ। ਇਸ ਤਰ੍ਹਾਂ ਉਹਨਾਂ ਦੇ ਘਰੋਗੀ ਵਾਤਾਵਰਣ ਨੂੰ ਅਤੇ ਪਾਤਰਾਂ ਦੇ ਮਾਨਸਿਕ ਵਾਤਾਵਰਣ ਨੂੰ ਉਸਾਰਨ ਦੇ ਵਿੱਚ ਕਹਾਣੀਕਾਰ ਬੇਹੱਦ ਸਫਲ ਰਿਹਾ ਹੈ। ਜਿੱਥੋਂ ਤੱਕ ਭਾਸ਼ਾ ਸ਼ੈਲੀ ਦਾ ਸਵਾਲ ਹੈ, ਇਸ ਕਹਾਣੀ ਦੀ ਭਾਸ਼ਾ ਸ਼ੈਲੀ ਜਿਵੇਂ ਕਿ ਕਹਾਣੀ ਹੀ ਬਿਆਨੀਆ ਅੰਦਾਜ਼ ਦੇ ਵਿੱਚ ਹੈ, ਸੋ ਸ਼ੈਲੀ ਵੀ ਮੁੱਖ ਰੂਪ ਦੇ ਵਿੱਚ ਬਿਆਨੀਆ ਹੈ, ਪਰ ਇਸ ਦੇ ਬਾਵਜੂਦ ਵੀ ਬੜੀ ਸਰਲ ਅਤੇ ਸਪਸ਼ਟ ਹੈ, ਪੰਜਾਬੀ ਮੁਹਾਵਰੇ ਵਾਲੀ ਹੈ, ਕੇਂਦਰੀ ਪੰਜਾਬੀ ਹੈ। ਸੋ ਭਾਸ਼ਾ ਸ਼ੈਲੀ ਦੇ ਪੱਖੋਂ ਵੀ ਇਸ ਕਹਾਣੀ ਨੂੰ ਅਸੀਂ ਇੱਕ ਉਚੇਰੀ ਕਹਾਣੀ ਰਚਨਾ ਕਹਿ ਸਕਦੇ ਹਾਂ। ਜਿੱਥੋਂ ਤੱਕ ਸਿਰਲੇਖ ਦਾ ਸਵਾਲ ਹੈ, ਅੰਦਰਲੀ ਜੋਤ, ਅਸਲ ਦੇ ਵਿੱਚ ਰੰਜਨਾ ਦੇ ਅੰਦਰਲੀ ਜਗ ਚੁੱਕੀ ਜੋਤ ਦੇ ਨਾਲ ਹੀ ਇਸ ਕਹਾਣੀ ਜੋ ਹੈ ਉਸ ਦੇ ਆਲੇ ਦੁਆਲੇ ਘੁੰਮਦੀ ਹੈ।
ਕਿਉਂਕਿ ਰੰਜਨਾ ਦੀ ਅੰਦਰਲੀ ਜੋਤ ਦੇ ਜਗਨ ਦੇ ਨਾਲ ਹੀ ਉਸ ਦਾ ਵਿਅਕਤਿਤਵ ਜਿਹੜਾ ਹੈ ਉਹ ਹਾਂ ਪੱਖੀ ਹੋ ਗਿਆ ਹੈ। ਉਹ ਹਰ ਪ੍ਰਸਥਿਤੀ ਨੂੰ ਵੀ ਜੋ ਹੈ ਆਪਣੀ ਫੇਵਰ ਦੇ ਵਿੱਚ ਬਦਲਣ ਦੇ ਸਮਰੱਥ ਹੋ ਗਈ ਹੈ। ਕਿਉਂਕਿ ਉਹ ਅੰਦਰੋਂ ਹੁਲਾਸ ਹੈ, ਉਸਦੇ ਖੇੜਾ ਹੈ, ਕਿਉਂਕਿ ਉਹ ਇੱਕ ਤਰ੍ਹਾਂ ਦੇ ਨਾਲ ਆਪਣੇ ਆਪ ਦੇ ਕੋਲੋਂ ਹੀ ਪ੍ਰੇਰਨਾ ਲੈ ਕੇ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰਨ ਬਾਰੇ ਸੋਚ ਰਹੀ ਹੈ। ਦੂਸਰਿਆਂ ਦੇ ਪ੍ਰਤੀ ਵੀ ਉਸ ਦਾ ਨਜ਼ਰੀਆ ਜਿਹੜਾ ਹੈ ਉਹ ਪੋਜ਼ੀਟਿਵ ਹੈ, ਸਕਾਰਾਤਮਕ ਹੈ, ਜਿਸ ਸਦਕਾ ਇਸ ਦਾ ਸਿਰਲੇਖ ਅੰਦਰਲੀ ਜੋਤ ਬੇਹੱਦ ਢੁਕਵਾਂ ਹੈ, ਫਬਵਾਂ ਹੈ, ਵਿਸ਼ੇ ਦੇ ਨਾਲ ਸਿੱਧਾ ਸੰਬੰਧਿਤ ਹੈ, ਸਾਰਥਕ ਹੈ। ਅੰਤ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਅੰਦਰਲੀ ਜੋਤ ਕਹਾਣੀ ਜੋ ਹੈ ਸੁਖਬੀਰ ਦੀਆਂ ਪ੍ਰਮੁੱਖ ਕਹਾਣੀਆਂ ਦੇ ਵਿੱਚੋਂ ਹੈ ਔਰ ਇਸ ਕਹਾਣੀ ਦੁਆਰਾ ਮਹਾਨਗਰੀ ਜੀਵਨ ਜੋ ਹੈ ਉਸ ਦਾ ਹੀ ਨਹੀਂ ਸਗੋਂ ਸਾਡੇ ਸਮੁੱਚੇ ਬ੍ਰਹਿਮੰਡੀ ਪਸਾਰੇ ਦੇ ਵਿੱਚ ਰਹਿਣ ਵਾਲੇ ਹਰ ਮਨੁੱਖ ਦੇ ਜੋ ਘਰੇਲੂ ਵਾਤਾਵਰਨ ਦੇ ਵਿੱਚ ਜੋ ਹੈ ਆਪਸੀ ਇਤਫਾਕ ਕਹਿ ਸਕਦੇ ਹਾਂ, ਆਪਸੀ ਪ੍ਰੇਮ ਪਿਆਰ, ਆਪਸੀ ਵਿਸ਼ਵਾਸ ਦੇ ਉੱਤੇ ਪਹਿਰਾ ਦੇ ਕੇ ਮਨੁੱਖ ਜੋ ਹੈ ਆਪਣੀ ਗ੍ਰਸਤ ਜ਼ਿੰਦਗੀ ਨੂੰ ਕਿਸ ਤਰ੍ਹਾਂ ਸੁਖਾਲਾ ਬਣਾ ਸਕਦਾ ਹੈ, ਕਿਸ ਤਰ੍ਹਾਂ ਸਵਰਗ ਬਣਾ ਸਕਦਾ ਹੈ, ਉਸ ਦਾ ਪਤਾ ਚੱਲਦਾ ਹੈ। ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇਹ ਕਹਾਣੀ ਅੰਦਰਲੀ ਜੋਤ ਜੋ ਹੈ ਪੂਰੀ ਤਰ੍ਹਾਂ ਸਪਸ਼ਟ ਹੋ ਗਈ ਹੋਵੇਗੀ ਔਰ ਅੱਜ ਦਾ ਇਹ ਲੈਕਚਰ ਕਾਫੀ ਲਾਹੇਵੰਦ ਸਾਬਿਤ ਹੋਇਆ ਹੋਵੇਗਾ। ਮਿਲਾਂਗੇ ਅਗਲੇ ਲੈਕਚਰ ਦੇ ਵਿੱਚ ਅਗਲੀ ਕਹਾਣੀ ਬਾਰੇ ਪੜਚੋਲ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।